ਪਤਝੜ ਵਰਗੇ ਕਰਦੇ ਗੱਲ ਬਹਾਰਾਂ ਦੀ, ਨਵੇਂ ਪੋਚ ਕਹਿ ਰਹੇ ਸਮਾਜਵਾਦੀ ਔਜ਼ਾਰਾਂ ਦੀ। ਇਹ ਸਮਾਜਵਾਦੀ ਕੀ ਏ? ਸਮਾਜਵਾਦ ਕੀ ਏ? ਇਹਦੀ ਡੈਫੀਨੇਸ਼ਨ ਕਿੰਨੀ ਸੰਕੀਰਨ ਹੋ ਕੇ ਰਹਿ ਗਈ ਹੈ। ਇਹਦੇ ਉੱਤੇ ਗੱਲ ਕਰਨੀ ਕਿ ਸਾਡਾ ਦੇਸ਼ ਦਾ ਯੂਥ ਕਿੱਧਰ ਨੂੰ ਜਾ ਰਿਹਾ ਹੈ। ਉਹ ਕਿਉਂ ਯੂਥ ਨਾ ਹੋ ਕੇ ਲੋਕ ਉਹਨਾਂ ਨੂੰ ਕਹਿੰਦੇ ਨੇ ਊਤ, ਪੰਜਾਬੀ ਦੇ ਵਿੱਚ ਕਹਿੰਦੇ ਨੇ। ਉਹ ਕਿਉਂ? ਕਿਉਂਕਿ ਜਿਹਦੇ ਕੋਲ ਕੋਈ ਅਕਲ ਪੱਲੇ ਨਹੀਂ ਹੁੰਦੀ ਜਾਂ ਕੁਛ ਨਹੀਂ ਹੁੰਦੇ, ਉਹਨੂੰ ਕਹਿੰਦੇ ਆ ਊਤਾਂ ਵਾਲੇ ਕੰਮ ਨਾ ਕਰ। ਅਤੇ ਇਸ ਤਰ੍ਹਾਂ ਦੀਆਂ ਕਈ ਡੈਫੀਨੇਸ਼ਨ ਜਿਹੜੀਆਂ ਜੇ ਡਿਫਾਈਨ ਕਰੀਏ ਅਸੀਂ, ਅਤੇ ਬੜੀਆਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਵਿਚਾਰ ਚਰਚਾ ਦੇ ਵਿੱਚ। ਸਾਡੇ ਨਾਲ ਮਾਨਯੋਗ ਹਾਈਕੋਰਟ ਦੇ ਕੈਂਪਸ ਦੇ ਵਿੱਚ ਜਿਹੜੇ ਵੀ ਸੱਜਣ ਨੇ ਉਹ ਆਪਣੀ ਇੰਟਰੋਡਕਸ਼ਨ ਆਪ ਦੇਣਗੇ ਅਤੇ ਉਹਨਾਂ ਨਾਲ ਕਰਦੇ ਹਾਂ ਗੱਲ। ਅਤੇ ਇਹ ਗੱਲ ਕੀ ਹੈ? ਸਮਾਜਵਾਦੀ ਔਜ਼ਾਰਾਂ ਦੀ ਹੈ ਜਾਂ ਸਮਾਜਵਾਦੀ ਖਿਆਲਾਂ ਦੀ ਹੈ ਜਾਂ ਸਮਾਜਵਾਦੀ ਬੌਧਿਕ ਚਿੰਤਨ ਦੀ ਹੈ ਜਾਂ ਸਮਾਜਵਾਦੀ ਜਿਹੜੀ ਹੈ ਸਿਰਫ ਇਹੀ ਹੈ ਰੋਟੀਆਂ ਕਾਰਨ ਪੂਰੇ ਤਾਲ? ਇਹਦੇ ਉੱਤੇ ਕਰਦੇ ਹਾਂ ਗੱਲ ਆਪਣੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਅੱਜ ਬੜੇ ਦਿਨ ਬਾਅਦ ਇੱਕ ਵੀਡੀਓ ਅਸੀਂ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਅਸੀਂ ਯੁਵਾ ਸ਼ਕਤੀ ਦੀ ਗੱਲ ਕਰਾਂਗੇ, ਯੂਥ ਦੀ ਗੱਲ ਕਰਾਂਗੇ ਕਿ ਕਿਵੇਂ ਯੁਵਾ ਸ਼ਕਤੀ ਆਉਣ ਵਾਲੇ ਕੱਲ੍ਹ ਲਈ, ਆਉਣ ਵਾਲੇ ਸਾਡੇ ਸਮਾਜ ਲਈ ਜ਼ਰੂਰੀ ਵੀ ਹੈ, ਅਤੇ ਕਿਵੇਂ ਉਹ ਗਲਤ ਰਾਹੇ ਪੈ ਗਿਆ ਜਿਹਦੇ ਕਰਕੇ ਜਿਹੜਾ ਹੈ ਸਰ ਨੇ ਜਿਵੇਂ ਕਿਹਾ ਕਿ ਉਹਨਾਂ ਨੂੰ ਊਤ ਦਾ ਜਿਹੜਾ ਹੈ ਤਬਕਾ ਦਿੱਤਾ ਗਿਆ ਹੈ। ਬਟ ਇਹ ਸਾਡਾ ਫਰਜ਼ ਬਣਦਾ ਹੈ, ਸਾਡਾ ਸੀਨੀਅਰਸ ਦਾ ਫਰਜ਼ ਬਣਦਾ ਹੈ ਕਿ ਕਿਵੇਂ ਅਸੀਂ ਯੂਥ ਨੂੰ ਉਹਨਾਂ ਦੀ ਓਰੀਐਂਟੇਸ਼ਨ ਕਰਕੇ ਜਿਹੜਾ ਹੈ ਇੱਕ ਸਹੀ ਰਾਹ 'ਤੇ ਲੈ ਕੇ ਜਾਈਏ, ਅਤੇ ਬੱਚਿਆਂ ਨੂੰ ਜਾਂ ਕਹਿ ਲਓ ਜਿਹੜੇ ਬਡਿੰਗ ਲਾਇਰਸ ਨੇ ਜਾਂ ਬਡਿੰਗ ਸਟੂਡੈਂਟਸ ਨੇ, ਇੰਟਰਨਸ ਨੇ, ਉਹਨਾਂ ਨੂੰ ਕਿਵੇਂ ਅਸੀਂ ਜਿਹੜਾ ਹੈ ਇੱਕ ਅੱਛਾ ਲਾਇਰ ਜਾਂ ਇੱਕ ਜੱਜ ਬਣਾ ਸਕਦੇ ਹਾਂ ਜੀ। ਇਸ ਚੀਜ਼ ਦੇ ਉੱਤੇ ਜਿਹੜੀ ਹੈ ਇਹ ਕਸ਼ਮਕਸ਼, ਰਥਾਕਸ਼ੀ ਜਾਂ ਜੋ ਵੀ ਇਹਦੇ ਉੱਤੇ ਕਿਹਾ ਜਾਏ, ਇੱਕ ਬੌਧਿਕ ਚਿੰਤਨ ਉਹ ਕਰਨਾ ਜ਼ਰੂਰੀ ਹੈ। ਅਤੇ ਸਾਡੇ ਨਾਲ ਇਹ ਜਿਹੜੀ ਗੱਲ ਕਹੀ ਹੈ ਡਾਕਟਰ ਕਨੂ ਸ਼ਰਮਾ ਜੀ ਨੇ, ਉਹਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ ਪ੍ਰਵੀਨ ਜੀ, ਅਤੇ ਪ੍ਰਵੀਨ ਜੀ ਦੇ ਨਾਲ ਅਖਤਰ, ਅਤੇ ਇਹਨਾਂ ਦੇ ਵੀ ਅਸੀਂ ਵਡਮੁੱਲੇ ਵਿਚਾਰ ਲੈਂਦੇ ਹਾਂ ਅਤੇ ਕਰਦੇ ਹਾਂ ਗੱਲ, ਅਤੇ ਕਿਵੇਂ ਅਤੇ ਕਿਸ ਤਰ੍ਹਾਂ ਸੋਚਦੇ ਹਾਂ। हाँ बेटे बोलो 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 कोई बात नहीं। अच्छा मैं सर स्टार्ट मैं कर दी, देन शील कंटिन्यू। ठीक है जी। ये हमारे न्यू मेंबर हैं हमारे लॉ ऑफिस में, लोमस लॉ चेम्बर्स में। तो मैं चाहती हूँ कि ये भी आगे सीखे लॉ और आगे बढ़े। लेकिन सर जिद्दां असीं गल कीती यूथ दी, है ना, ਯੂਵਾ ਜਿਹੜਾ ਹੈ ਜਿੱਦਾਂ ਹੀ ਪ੍ਰੋਫੈਸ਼ਨ ਦੇ ਵਿੱਚ ਐਂਟਰ ਕਰਦਾ ਹੈ, ਯੂਥ ਲਾਅ ਕਾਲਜਿਸ 'ਚੋਂ ਨਿਕਲਦਾ ਹੈ, ਲਾਅ ਸਟੂਡੈਂਟ, ਫਰੈਸ਼ਰਸ ਜਿਹੜੇ ਹੈ ਜਦੋਂ ਵੀ ਪ੍ਰੋਫੈਸ਼ਨ ਦੇ ਵਿੱਚ ਆਉਂਦੇ ਉਹਨਾਂ ਨੂੰ ਕੀ ਡਿਫਿਕਲਟੀਜ਼ ਆਉਂਦੀਆਂ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੋ ਕਿ ਯੂਥ ਡਿਸਕਸ ਹੀ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਖੁਦ ਨਹੀਂ ਪਤਾ ਉਹ ਪ੍ਰੋਬਲਮਸ ਕੀ ਹੈ। ਸੋ ਐਜ਼ ਅ ਰੋਲ ਮਾਡਲ, ਐਜ਼ ਅ ਟੀਚਰ ਜਦੋਂ ਆਪਾਂ ਜਾਂ ਪ੍ਰੋਫੈਸਰ ਰਹੀ ਹਾਂ ਮੈਂ, ਤਾਂ ਉੱਤੋਂ ਮੈਂ ਇੱਕ ਗੱਲ ਜਦੋਂ ਮੈਂ ਪ੍ਰੋਫੈਸ਼ਨ ਦੇ ਵਿੱਚ ਆਈ, ਮੈਂ ਇੱਕ ਗੱਲ ਸਿੱਖੀ ਕਿ ਬੱਚਿਆਂ ਨੂੰ ਬੜੀ ਬੇਸਿਕ ਜਿਹੜੀ ਨੌਲੇਜ ਹੈ ਉਹ ਲੈਕ ਕਰ ਰਹੀ ਹੈ। ਲਾਅ ਕਾਲਜਿਸ ਦੇ ਵਿੱਚ ਪ੍ਰੋਫੈਸ਼ਨ ਰਿਲੇਟਡ ਕੋਈ ਚੀਜ਼ ਨਹੀਂ ਸਿਖਾਈ ਜਾਂਦੀ। ਆਲ ਦੇ ਆਰ ਡੂਇੰਗ ਇਜ਼ ਕਰੈਮਿੰਗ। ਕਰਿਕੂਲਮ ਦੇ ਵਿੱਚ, ਸਿਲੇਬਸ ਦੇ ਵਿੱਚ ਜੋ ਸਬਜੈਕਟਸ ਨੇ ਉਹਦੇ ਵਿੱਚ ਕਿਤੇ ਵੀ, ਜਿਵੇਂ ਡਰਾਫਟਿੰਗ ਵੀ ਅਗਰ ਇੱਕ ਸਬਜੈਕਟ ਹੈ ਉਹਦੇ ਵਿੱਚ ਵੀ ਕਿਤੇ ਪ੍ਰੈਕਟੀਕਲ ਨੌਲੇਜ ਉਹਨਾਂ ਨੂੰ ਕਦੀ ਗੇਨ ਨਹੀਂ ਹੋ ਰਹੀ। ਸੋ ਇਹ ਇੱਕ ਬਹੁਤ ਵੱਡਾ ਲਕਿਊਨਾ ਹੈ ਸਾਡੇ ਲਾਅ ਕਾਲਜਿਸ ਦੇ ਵਿੱਚ। ਦੈਨ ਨੰਬਰ 2, ਟੀਚਰਸ ਦਾ ਰੋਲ ਜਿਹੜਾ ਹੈ ਟੂ ਸ਼ੇਪ ਦੀ ਫਿਊਚਰਸ ਆਫ ਲਾਅ ਸਟੂਡੈਂਟ ਬਿਲਕੁਲ ਘੱਟ ਗਿਆ ਹੈ। ਟੀਚਰਸ ਆਉਂਦੇ ਕਲਾਸ ਦੇ ਵਿੱਚ ਬੇਰੈਕਟ ਖੋਲ੍ਹਦੇ, ਪੜ੍ਹਦੇ ਅਤੇ ਚਲੇ ਜਾਂਦੇ ਆ, ਕਿਉਂਕਿ ਮੈਨੂੰ ਲੱਗਦਾ ਹੈ ਕਿ ਲਾਅ ਸਟੂਡੈਂਟ ਜਾਂ ਫਰੈਸ਼ਰਸ ਨਾਲੋਂ ਟੀਚਰਸ ਲਈ 1-2 ਸਾਲ ਜਿਹੜੇ ਕੰਪਲਸਰੀ ਹੋਣੇ ਚਾਹੀਦੇ ਆ ਟੂ ਗੋ ਟੂ ਕੋਰਟਸ for them to learn something regarding professionalism, court mannerisms or drafting or how to file a case, registry branch ਦੇ ਵਿੱਚ ਕਿਵੇਂ objections ਲੱਗਦੀਆਂ। all these things you teachers need to learn first so that they can convey it to their students. Number 3, ਸਟੂਡੈਂਟ ਜਦੋਂ ਫਰੈਸ਼ਰ ਬਣ ਕੇ ਆਉਂਦਾ all they want is to mint money ਬਿਕੋਜ਼ ਇਹ ਨਵਾਂ ਹੀ ਕਲਚਰ ਚੱਲਿਆ ਜਿਹਦੇ ਵਿੱਚ all they think is ਜਿਵੇਂ ਤੁਸੀਂ ਡਿਗਰੀ ਖਤਮ ਕੀਤੀ ਅਤੇ ਆਉਂਦੇ ਤੁਹਾਨੂੰ ਜਿਹੜਾ ਹੈ ਪੈਸੇ ਮਿਲਣ ਲੱਗ ਜਾਣ ਜਾਂ ਤੁਸੀਂ ਅਰਨ ਕਰਨ ਲੱਗ ਜਾਓ। ਜਿਸ ਈਜ਼ੀ ਮਨੀ ਕਰਕੇ ਦੇ ਫਾਲ ਇਨਟੂ ਦੀ ਟਰੈਪ ਆਫ ਕੇਸਿਸ, ਕਲਾਇੰਟਸ ਦੇ ਕੇਸਿਸ ਖਰਾਬ ਕਰ ਦਿੰਦੇ ਆ ਜਾਂ ਆਫਿਸਿਸ ਦੇ ਵਿੱਚ ਜਾਂਦੇ ਆ, ਸਿੰਸੀਅਰਲੀ ਕੰਮ ਨਹੀਂ ਕਰਦੇ,
ਉਹੀ ਲਾਅ ਕਾਲਜ ਦੀ ਆਦਤ ਪਈ ਹੁੰਦੀ ਹੈ ਕਿ ਜਿੱਦਾਂ ਟੀਚਰਸ ਨੂੰ ਡਿਸਰਿਸਪੈਕਟ ਕਰਦੇ ਆ, ਉਸੇ ਤਰ੍ਹਾਂ ਔਨ ਸੇਮ ਲਾਈਨਸ ਦੇ ਥਿੰਕ ਦੇ ਕੈਨ ਡਿਸਰਿਸਪੈਕਟ देयर ਸੀਨੀਅਰਸ ਇਨ ਦੀ ਲਾਅ ਆਫਿਸਿਸ। ਸੋ ਇਸ ਤਰ੍ਹਾਂ ਦੀ ਪ੍ਰੋਫੈਸ਼ਨਲਿਜ਼ਮ ਲੈਕ ਕਰਦੇ ਹੋਏ ਫਿਰ ਉਹਨਾਂ ਨੂੰ 2-3 ਸਾਲ ਉਹਨਾਂ ਦੇ ਇਸੇ ਦੇ ਵਿੱਚ ਵੇਸਟ ਹੋ ਜਾਂਦੇ ਆ। ਨੰਬਰ 4, ਇੱਕ ਨਵਾਂ ਹੀ ਟ੍ਰੈਂਡ ਚੱਲਿਆ ਟੂ ਬਿਕਮ ਅ ਜੱਜ। JMIC, sorry to say with due respect to all the sitting judges in the lower judiciary, ਮੈਨੂੰ ਲੱਗਦਾ ਹਰ ਇੱਟ ਦੇ ਥੱਲੇ ਜਿਵੇਂ ਪਹਿਲਾਂ ਸਿੰਗਰ ਮਿਲਦਾ ਸੀ, ਉਸੇ ਹਰ ਇੱਟ ਦੇ ਥੱਲੇ ਹੁਣ ਇੱਕ ਜੱਜ ਮਿਲਣ ਲੱਗ ਗਿਆ ਜੀ JMIC। ਤੇ ਮੈਨੂੰ ਲੱਗਦਾ ਹੈ ਕਿ ਕ੍ਰਾਈਮ ਕਰਕੇ ਚੀਜ਼ਾਂ ਜਿਹੜਾ ਹੈ ਪੇਪਰ ਪਾਸ ਕਰਕੇ ਜਾਂ ਕਿਸੇ ਤਰ੍ਹਾਂ ਵੀ ਤੁਸੀਂ JMIC ਜਿਹੜਾ ਹੈ ਬਣ ਜਾਂਦੇ ਹੋ, ਜਿਹਦੇ ਕਰਕੇ ਉਹਨਾਂ ਨੂੰ ਲੱਗਦਾ ਕਿ 2-3 ਸਾਲ ਤਾਂ ਉਹ ਆਪਣਾ ਜੁਡੀਸ਼ਰੀ ਦੀ ਤਿਆਰੀ ਦੇ ਵਿੱਚ ਵੇਸਟ ਕਰ ਦਿੰਦੇ ਆ। ਨੰਬਰ 5, ਪੇਰੈਂਟਸ ਦੇ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਕਿ ਉਹਨਾਂ ਨੂੰ ਅਗੇਨ ਕਿ ਕਰਪਸ਼ਨ ਵਾਲੀ ਲਾਈਫ ਜਾਂ ਈਜ਼ੀ ਮਨੀ ਮੇਕਿੰਗ ਥਰੂ ਜੱਜਿਸ ਜੁਡੀਸ਼ਰੀ ਜਿਹੜਾ ਉਹਨਾਂ ਨੂੰ ਅੱਛਾ ਲੱਗਦਾ ਕਿ ਉਹ ਆਪਣੇ ਬੱਚੇ ਨੂੰ ਇਨਕਰੇਜ ਕਰਦੇ ਕਿ ਜੱਜ ਬਣੋ। ਪੜੋਸੀਆਂ ਦਾ ਬੱਚਾ ਜਿਹੜਾ ਜੱਜ ਬਣ ਗਿਆ, ਮੋਚੀ ਦਾ ਬੇਟਾ ਜਿਹੜਾ ਜੱਜ ਬਣ ਗਿਆ, ਰਿਕਸ਼ੇ ਵਾਲੇ ਦੀ ਕੁੜੀ ਜਿਹੜੀ ਹੈ ਜੱਜ ਬਣ ਗਈ, ਤਾਂ ਤੁਸੀਂ ਵੀ ਜੱਜ ਬਣ ਸਕਦੇ ਹੋ। ਕਿਉਂ? ਆਲ ਦੇ ਆਰ ਲੁਕਿੰਗ ਫॉर ਹਿਸ ਸੈਲਰੀ ਔਰ ਕਰਪਸ਼ਨ ਦੀ ਮਨੀ। ਠੀਕ ਹੈ, ਸੋ ਪੇਰੈਂਟਸ ਦਾ ਇੱਥੇ ਉਹਨਾਂ ਨੂੰ ਇਨਕਰੇਜ ਕਰਨਾ ਕਿ ਭਈ ਅਰਨ ਮਨੀ ਥਰੂ ਜੁਡੀਸ਼ਰੀ ਐਂਡ ਡੂ ਕਰਪਸ਼ਨ, ਤੇ ਕਰਪਸ਼ਨ ਵਾਲਾ ਪੈਸਾ ਸਾਨੂੰ ਦਿਓ, ਘਰੇ ਦਿਓ, ਐਂਡ ਜਿੰਨਾ ਅਸੀਂ ਤੁਹਾਨੂੰ ਪੜਾਇਆ ਲਿਖਾਇਆ ਉਹਦਾ ਪੂਰਾ ਕਰੋ। ਸੋ ਇਸ ਤਰ੍ਹਾਂ ਦੀ ਜਿਹੜੀ ਮੈਂਟੈਲਿਟੀ ਹੈ that is leading to trap for students, ਕਿਉਂਕਿ ਜਿਹੜੇ ਤਾਂ ਬਣ ਜਾਂਦੇ, ਜਿਹੜੇ ਰਹਿ ਜਾਂਦੇ ਆ ਉਹ ਫਰਸਟ੍ਰੇਸ਼ਨ 'ਚ ਚਲੇ ਜਾਂਦੇ ਆ, ਉਹਨਾਂ ਦਾ ਫਿਊਚਰ ਉੱਦਾਂ ਖਰਾਬ ਹੋ ਜਾਂਦਾ ਹੈ। ਫਿਰ ਗੱਲ ਕੀਤੀ ਜਾਵੇ ਇੱਥੇ ਪ੍ਰੋਫੈਸ਼ਨ ਦੇ ਵਿੱਚ, those who are established already, seniors ਜਿਹੜੇ ਹੈ ਜਾਂ ਜੱਜਿਸ ਦੇ ਜਿਹੜੇ ਹੈ, they do not understand their problems। ਇੱਕ ਬੱਚਾ, ਇੱਕ ਲਾਅ ਸਟੂਡੈਂਟ ਜਿਹੜਾ ਜਿਹਨੂੰ ਟੀਚਰ ਨੇ ਕੁਝ ਨਹੀਂ ਸਿਖਾਇਆ, ਜਿਹਨੂੰ ਡਰਾਫਟਿੰਗ ਦਾ ਕੁਝ ਨਹੀਂ ਪਤਾ, ਜਿਹਨੂੰ ਫਾਈਲਿੰਗ ਦਾ ਕੁਝ ਨਹੀਂ ਪਤਾ, ਜਿਹਨੂੰ ਨਹੀਂ ਪਤਾ ਆਰਗੂਮੈਂਟਸ ਕਿਵੇਂ ਸਟ੍ਰੀਮਲਾਈਨ ਕਰਨੇ ਆ ਜਾਂ ਤਿਆਰ ਕਰਨੇ ਆ, ਉਹਨੂੰ ਕੋਰਟ ਦੇ ਵਿੱਚ ਭੇਜ ਦਿੱਤਾ ਜਾਂਦਾ ਜਾਂ ਉਹ ਜ਼ਬਰਦਸਤੀ 1-2 ਸਾਲ ਲਾਅ ਆਫਿਸਿਸ ਜਿੱਥੇ ਕੁਝ ਨਹੀਂ ਸਿਖਾਇਆ ਜਾਂਦਾ ਇੰਡੀਪੈਂਡੈਂਟ ਪ੍ਰੈਕਟਿਸ ਸਟਾਰਟ ਕਰ ਦਿੰਦਾ, ਤੇ ਜੱਜਿਸ ਦੇ ਮੋਰੇ ਉਹਨੂੰ ਜੱਜਿਸ ਤੋਂ ਇਨਕਰੇਜਮੈਂਟ ਮਿਲਣ ਦੀ ਜਗ੍ਹਾ ਬੇਸਿਕਲੀ ਦੇ ਆਰ ਥ੍ਰੈਸ਼ਡ ਬਾਈ ਜੱਜਿਸ for their poor arguments or bad drafting or their attitude or mannerisms etc। so ਜਦ ਕਿ ਇਹੀ ਜੱਜ ਜਿਹੜੇ ਨੇ ਆਪਣੇ ਇਹਨਾਂ ਦਿਨਾਂ ਨੂੰ ਭੁੱਲ ਜਾਂਦੇ ਨੇ। ਜੀ ਬਿਲਕੁਲ, ਇਹ ਮੈਂ ਇਹ ਗੱਲ ਵੀ ਵਿੱਚ ਡਿਸਕਸ ਕਰੂੰਗੀ ਕਿ nobody is perfect, even judges make mistakes। ਹੁਣ ਲੇਟੈਸਟ ਅਸੀਂ ਕੱਲ ਡਿਸਕਸ਼ਨ ਚੱਲ ਰਹੀ ਸੀ ਸਾਡੀ ਐਡਵੋਕੇਟਸ ਦੀ ਕਿ ਕਿਵੇਂ ਜਿਹੜਾ ਹੈ CRWP ਦੇ ਵਿੱਚ LPA ਫਾਈਲ ਕੀਤੀ ਹੋਈ ਹੈ ਜੀ, ਐਂਡ ਇੱਕ ਹਾਈ ਕੋਰਟ ਜੱਜ ਨੇ ਉਹ ਪਾਸ ਕਰਕੇ LPA ਮੇਨਟੇਨੇਬਲ ਹੈ ਜਾਂ ਨਹੀਂ, ਉਹ ਕੁਐਸਚਨ ਸੁਪਰੀਮ ਕੋਰਟ ਦੇ ਵਿੱਚ ਗਿਆ ਹੋਇਆ। ਸੋ ਈਵਨ ਜੱਜਿਸ ਆਫ ਹਾਈ ਕੋਰਟ ਮੇਕ ਮਿਸਟੇਕਸ, ਸੋ ਦੇ ਕੈਨ ਆਲਸੋ ਡੂ ਥਿੰਗਸ ਵਿਚ ਆਰ ਨਾਟ ਕਾਲਡ ਫॉर। ਸੋ ਲੇਕਿਨ ਉਹ ਆਪਣੇ ਦਿਨ ਭੁੱਲ ਜਾਂਦੇ ਤੇ ਜਦੋਂ ਕੁਰਸੀ ਤੇ ਬੈਠ ਜਾਂਦੇ ਤੇ ਨਵੇਂ ਜਿਹੜੇ ਬਡਿੰਗ ਲਾਇਰਸ ਨੇ ਜਾਂ ਜਿਹੜੀ ਲੇਡੀ ਲਾਇਰਸ ਨੇ ਉਹਨਾਂ ਨੂੰ ਥ੍ਰੈਸ਼ ਕਰਦੇ, ਤਾਂ ਉਹ ਚੀਜ਼ ਜਿਹੜੀ ਡਿਸਕਰੇਜ ਕਰਨੀ ਚਾਹੀਦੀ ਹੈ। ਫਿਰ ਗੱਲ ਆ ਗਈ ਕਿ ਲਾਅ ਕਾਲਜਿਸ 'ਚ ਕੁਛ ਨਹੀਂ ਸਿਖਾਇਆ ਜਾ ਰਿਹਾ, ਲਾਅ ਆਫਿਸਿਸ 'ਚ ਕੁਛ ਨਹੀਂ ਸਿਖਾਇਆ ਜਾ ਰਿਹਾ, ਜੱਜਿਸ ਸਪੋਰਟਿਵ ਨਹੀਂ ਹੈ, ਯਾਨੀ ਖੁਦ ਸਭ ਕੁਝ ਖੁਦ ਹੀ ਸਿੱਖਣਾ ਪੈਣਾ। ਤੇ ਜਦੋਂ ਸੈਲਫ ਡਿਸਿਪਲਿਨ ਦੀ ਗੱਲ ਆਉਂਦੀ ਹੈ, ਜਦੋਂ ਖੁਦ ਪ੍ਰੋਕਿਉਰਮੈਂਟ ਆਫ ਵਰਕ ਦੀ ਗੱਲ ਆਉਂਦੀ ਹੈ, ਉੱਥੇ ਜਿਹੜੇ ਹੈ ਬੱਚੇ ਲੈਕ ਕਰ ਜਾਂਦੇ ਆ। ਤੇ ਬਹੁਤ ਲੋਕ ਬਿਲੀਵ ਮੀ ਜਿਹਨਾਂ ਦੀ ਲੋ ਵਿਲ ਪਾਵਰ ਹੁੰਦੀ ਹੈ ਜਾਂ ਲੋ ਸੈਲਫ ਐਸਟੀਮ ਹੁੰਦੀ ਹੈ, ਉਹ ਪ੍ਰੋਫੈਸ਼ਨ ਛੱਡ ਕੇ ਚਲੇ ਜਾਂਦੇ ਆ। ਸੋ ਨਟਸ਼ੈਲ ਇਜ਼ 5 years 6 years ਬੱਚੇ ਦੇ ਲਾਅ ਤੋਂ ਬਾਅਦ ਇੱਦਾਂ ਹੀ ਵੇਸਟ ਹੋ ਗਏ। ਠੀਕ ਹੈ, ਇਨ ਟਰਾਈਂਗ ਟੂ ਫਾਈਂਡ ਆਊਟ ਕਿ ਵਾਟ ਇਜ਼ ਐਗਜ਼ੈਕਟਲੀ ਮਾਈ ਕਾਲ, ਹੈ ਨਾ, ਆਫਟਰ ਗੈਟਿੰਗ ਅ ਡਿਗਰੀ ਫਰੋਮ ਲਾਅ ਸਕੂਲ। ਸੋ ਤੁਸੀਂ 6 ਸਾਲ 7 ਸਾਲ ਦੀ ਪ੍ਰੈਕਟਿਸ ਵਾਲੇ ਬੱਚੇ ਨੂੰ ਵੀ ਮਤਲਬ ਨਿਲ ਇਨਕਮ ਦੇ ਉੱਤੇ, ਪੇਰੈਂਟਸ ਦੇ ਉੱਤੇ ਸਟਿਲ ਡਿਪੈਂਡੈਂਟ ਨੇ ਉਹ ਬੱਚੇ, ਜਿਹਦੇ ਕਰਕੇ ਘਰੋਂ ਵੀ ਦੇ ਆਰ ਨਾਟ ਇਨਕਰੇਜਡ ਵੈਲ ਫॉर ਦੀ ਪ੍ਰੋਫੈਸ਼ਨ। ਇਹ ਪ੍ਰੋਬਲਮ ਹੈ ਸਾਡੀ ਪ੍ਰੋਫੈਸ਼ਨ ਦੀ, ਜਿਹੜਾ ਕਿ ਬਾਹਰਲਾ ਪਰਸਨ ਜਿਹੜਾ ਹੈ ਜਾਂ ਆਊਟਸਾਈਡ ਪ੍ਰੋਫੈਸ਼ਨ ਉਹ ਇਹਨੂੰ ਅੰਡਰਸਟੈਂਡ ਨਹੀਂ ਕਰ ਸਕਦਾ। ਸਿਰਫ ਦੀ ਪਰਸਨ ਫਰੋਮ ਦੀ ਪ੍ਰੋਫੈਸ਼ਨ ਕੈਨ ਅੰਡਰਸਟੈਂਡ ਕਿ ਵਾਟ ਐਗਜ਼ੈਕਟਲੀ ਪ੍ਰੋਬਲਮਸ ਆਰ ਫੇਸਡ ਬਾਏ ਦੀ ਲਾਅ ਪ੍ਰੋਫੈਸ਼ਨਲਸ। ਹਾਂਜੀ ਸਰ, ਨੋਬਲ ਪ੍ਰੋਫੈਸ਼ਨ ਦੇ ਉੱਤੇ ਵੀ ਥੋੜਾ ਜ਼ਿਆਦਾ ਬਿਲਕੁਲ। ਹੁਣ ਜਦੋਂ ਗੱਲ ਕੀਤੀ ਜਾਵੇ ਐਂਗਲ, ਮਤਲਬ ਅਗਰ ਲਿੱਤਾ ਜਾਏ ਕਲਾਇੰਟਸ ਵੱਲੋਂ, ਕਲਾਇੰਟਸ ਐਕਸਪੈਕਟ ਕੀਜੀਏ ਲੀਗਲ ਏਡ, ਫ੍ਰੀ ਲੀਗਲ ਏਡ। ਲਾਅ ਸਕੂਲ ਤੋਂ ਪਾਸ ਹੋਇਆ ਬੰਦਾ, ਚਾਹੇ ਉਹ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੋਵੇ, ਨੈਸ਼ਨਲ ਲਾਅ ਸਕੂਲਸ ਤੋਂ ਕੀਤੀ ਹੋਵੇ, ਜਿੰਦਲ ਲਾਅ ਕਾਲਜ ਤੋਂ ਕੀਤੀ ਹੋਵੇ, ਆਲ ਕਲਾਇੰਟਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਕਲਾਇੰਟਸ ਨੂੰ ਐਂ ਲੱਗਦਾ ਕਿ ਸਾਡਾ ਤਾਂ ਜੀ ਫ੍ਰੀ ਲੀਗਲ ਏਡ ਕਰਕੇ ਦਿਓ, ਠੀਕ ਹੈ, ਤੇ ਜੇ ਤੁਸੀਂ ਨਹੀਂ ਕਰਦੇ ਯੂ ਆਰ ਈਦਰ ਫਰਾਡ ਔਰ ਯੂ ਆਰ ਅਨਕਾਈਂਡ। ਠੀਕ ਹੈ ਜੀ,
ਸੋ ਇਸ ਤਰ੍ਹਾਂ ਦੀਆਂ ਜਿਹੜੇ ਐਲੀਗੇਸ਼ਨਸ ਨੇ ਕਲਾਇੰਟ ਵੱਲੋਂ ਲਗਾਏ ਜਾ ਰਹੇ ਹੈ ਔਰ ਸਭ ਤੋਂ ਮਤਲਬ ਹੈਰਾਨੀ ਵਾਲੀ ਗੱਲ ਹੈ ਫਰਸਟ੍ਰੇਟਡ ਲਾਇਰਸ ਜਿਹੜੇ ਸਾਡੇ ਮਤਲਬ ਕਹਿ ਲਓ ਕਿ ਇੱਥੇ ਨਾਲ ਸਾਡੇ ਕੰਮ ਕਰਦੇ ਲਾਇਰਸ ਨੇ ਉਹ ਖੁਦ ਆਪਣੇ ਪ੍ਰੋਫੈਸ਼ਨ ਤੋਂ ਆਪਣੇ ਕਰੀਅਰ ਤੋਂ ਇੰਨੇ ਫਰਸਟ੍ਰੇਟਡ ਹੈ ਕਿ ਦੂਸਰੇ ਲਾਇਰ ਦੇ ਕਲਾਇੰਟਸ ਨੂੰ ਵੀ ਜਿਹੜਾ ਹੈ ਭੜਕਾਉਂਦੇ ਹੈ ਉਹਨਾਂ ਨੂੰ ਉਹਨਾਂ ਤੇ ਬੇਸਲੈਸ ਫਾਲਸ ਐਲੀਗੇਸ਼ਨਸ ਲਗਾ ਕੇ ਕਲਾਇੰਟ ਨੂੰ ਪ੍ਰੋਕਿਓਰ ਕਰਨ ਦੀ ਕੋਸ਼ਿਸ਼ ਕਰਦੇ ਆ ਰਾਈਟ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਬਹੁਤ ਕਾਮਨ ਨੇ ਤੇ ਕਲਾਇੰਟਸ ਜਿਹੜਾ ਹੈ ਬਿਲਕੁਲ ਹੀ ਪ੍ਰੋਫੈਸ਼ਨ ਨੂੰ ਡੀਗ੍ਰੇਡ ਕਰਤਾ ਉਹਨਾਂ ਨੇ ਬਾਹਰ ਤੁਸੀਂ ਚਲੇ ਜਾਓਗੇ ਤਾਂ ਇੱਕ ਐਡਵੋਕੇਟ ਦੀ ਰੈਪੂਟੇਸ਼ਨ ਇੰਨੀ ਖਰਾਬ ਕਰ ਦਿੱਤੀ ਗਈ ਹੈ ਸੋਸਾਇਟੀ ਵੱਲੋਂ ਕਿ ਕੋਈ ਵੀ ਅੱਜ ਦੀ ਡੇਟ ਦੇ ਵਿੱਚ ਇੱਕ ਐਡਵੋਕੇਟ ਤੇ ਭਰੋਸਾ ਨਹੀਂ ਕਰਨਾ ਚਾਹੁੰਦਾ ਚਾਹੇ ਉਹ ਕੋਈ ਲੈਂਡਲॉर्ड ਹੈ ਚਾਹੇ ਉਹ ਕੋਈ ਇੰਟਰਨ ਹੈ ਚਾਹੇ ਉਹ ਕੋਈ ਬਡਿੰਗ ਜਿਹੜਾ ਹੈ ਨਵਾਂ ਆਫਿਸ ਜੁਆਇਨ ਕਰਨਾ ਉਹ ਵੀ ਲਾਇਰ ਤੇ ਭਰੋਸਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਬਾਹਰ ਰੈਪੂਟੇਸ਼ਨ ਇੰਨੀ ਜ਼ਿਆਦਾ ਪ੍ਰੋਫੈਸ਼ਨ ਦੀ ਖਰਾਬ ਕਰ ਦਿੱਤੀ ਗਈ ਹੈ ਔਰ ਬੁਰਾ ਨਾ ਮੰਨਣਾ ਮੈਂ ਵਿਦ ਡਿਊ ਰਿਸਪੈਕਟ ਇਹ ਕਹਿ ਰਹੀ ਹਾਂ ਕਿ ਸਾਡੇ ਬਾਹਰ ਦਾ ਤਾਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿਹਦੇ ਕਰਕੇ ਜਿਹੜਾ ਹੈ ਪ੍ਰੋਫੈਸ਼ਨ ਹੋਰ ਡਿਟੀਰੀਓਰੇਟ ਹੋ ਰਿਹਾ ਤੇ ਜੱਜਿਸ 'ਚ ਵੀ ਉਹ ਬਾਹਰ ਦੇ ਜਿਹੜੇ ਡਿਫਰੈਂਸਿਸ ਆ ਉਹ ਕਲੀਅਰਲੀ ਵਿਜ਼ੀਬਲ ਨੇ ਜਿਹਦਾ ਉਹ ਫਾਇਦਾ ਚੱਕਦੇ ਆ ਬੈਂਚ ਜਿਹੜਾ ਹੈ ਬਾਹਰ ਦੇ ਡਿਫਰੈਂਸਿਸ ਦਾ ਫਾਇਦਾ ਚੱਕਦਾ ਜਿਹਦੇ ਕਰਕੇ ਪ੍ਰੋਫੈਸ਼ਨ ਬੁਰੀ ਤਰ੍ਹਾਂ ਡਿਟੀਰੀਓਰੇਟ ਹੋ ਰਿਹਾ ਜੀ 1976 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਬਾਰ ਕਾਉਂਸਲ ਦੇ ਕੇਸ ਵਿੱਚ ਕਿਹਾ ਸੀ ਬਾਰ ਕਾਉਂਸਲ ਇਜ਼ ਏ ਹੌਟ ਬੈਡ ਆਫ ਪੋਲੀਟਿਕਸ ਔਰ ਇਹ ਬਾਰ ਕਾਉਂਸਲਸ ਦੇ ਵਿੱਚ ਬਾਰ-ਬਾਰ ਮੁੜ ਕੇ ਉਹੀ ਖੋਤੀ ਤੇ ਉਹੀ ਰਾਮਦਿਆਲ ਉਹੀ ਬੁੜੀ ਖੋਤੀ ਤੇ ਉਹੀ ਰਾਮਦਿਆਲ ਜੇ ਕਿਹਾ ਜਾਏ ਤੇ ਜ਼ਿਆਦਾ ਵੱਡੀ ਗੱਲ ਨਹੀਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਕੂਲ ਆਫ ਸਕੈਂਡਲ ਹੈ ਸ਼ੈਰੀਡਨ ਦਾ ਜਿਹੜਾ ਨਾਵਲ ਸੀਗਾ ਉਹ ਯਾਦ ਆ ਗਿਆ ਹੈ ਸਕੂਲ ਆਫ ਸਕੈਂਡਲ ਔਰ ਇਹਦੇ ਬਾਰੇ ਕੁਝ ਕਹੋਗੇ ਜੀ ਸਰ ਬਾਰ ਕਾਉਂਸਿਲ ਦੀ ਜਦੋਂ ਗੱਲ ਕੀਤੀ ਜਾਵੇ ਅਗੇਨ ਨੋ ਆਫੈਂਸਿਸ ਟੂ ਐਨੀਵਨ ਲੇਕਿਨ ਬਾਰ ਕਾਉਂਸਿਲ ਇੱਕ ਐਸਾ ਇੰਸਟੀਟਿਊਸ਼ਨ ਹੈ ਜਿਹੜਾ ਕਦੀ ਰਿਐਕਟ ਹੀ ਨਹੀਂ ਕਰਦਾ ਕਿਸੇ ਚੀਜ਼ ਤੇ they have no answer they have no response to any problem faced by a legal or law professional ਹੁਣ ਇਹ ਇੱਦਾਂ ਦਾ ਇੰਸਟੀਟਿਊਸ਼ਨ ਹੈ ਜਿਹਨੂੰ ਸਿਰਫ ਬਾਹਰੋਂ ਤਾਲੇ ਲੱਗ ਜਾਣੇ ਚਾਹੀਦੇ ਆ ਠੀਕ ਹੈ ਜੀ ਇਹ ਸਿਰਫ ਅਗੇਨ ਹੌਟਬੈਡ ਆਫ ਪੋਲੀਟਿਕਸ ਬਣ ਗਿਆ ਹੈ ਠੀਕ ਹੈ ਜੀ ਪਾਰਟੀਬਾਜ਼ੀ ਚੱਲ ਰਹੀ ਹੈ ਚਾਹੇ ਉਹ ਬਾਰ ਹੈ ਚਾਹੇ ਬਾਰ ਕਾਉਂਸਿਲ ਹੈ ਬਾਰ ਐਸੋਸੀਏਸ਼ਨ ਬੀਜੇਪੀ ਵਰਸਸ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਐਂਡ ਅਦਰਸ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਚੀਜ਼ਾਂ ਕਰਕੇ ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦੇ ਨਾਲ ਖੜੇ ਹੋ ਜਾਓਗੇ ਤਾਂ ਯੂ ਵਿਲ ਬੀ ਲੇਬਲਡ ਐਜ਼ ਮੈਂਬਰ ਆਫ ਬੀਜੇਪੀ ਔਰ ਯੂ ਵਿਲ ਬੀ ਲੇਬਲਡ ਐਜ਼ ਮੈਂਬਰ ਆਫ ਆਮ ਆਦਮੀ ਪਾਰਟੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਰਫ ਪੋਲੀਟਿਕਸ ਰਹਿ ਗਈ ਹੈ ਇੱਥੇ ਵੀ ਜੱਜਿਸ ਆਰ ਇਨਵੋਲਵਡ ਇਨਟੂ ਦਿਸ ਪੋਲੀਟਿਕਸ ਸਭ ਤੋਂ ਇੰਪੋਰਟੈਂਟ ਗੱਲ कि when I would like to highlight this see my aim is to bring that to the notice of common man to actually common man not only just by the name just as a label लेकिन ਉਹਨਾਂ ਤੱਕ ਇਹ ਗੱਲ ਪਹੁੰਚਾਉਣਾ ਮੇਰਾ ਫਰਜ਼ ਬਣਦਾ ਹੈ ਕਿ ਜੱਜਿਸ ਦਾ ਰੋਲ ਪੀਐਨ ਦੀ ਭਰਤੀ ਤੱਕ ਚੱਲ ਰਿਹਾ ਇੱਥੇ ਇੱਕ ਚੀਜ਼ ਜੁਡੀਸ਼ਰੀ ਸੌਰੀ ਵਿਦ ਡਿਊ ਰਿਸਪੈਕਟ ਜਿਹੜੀ ਜੁਡੀਸ਼ਰੀ ਪੀਐਨ ਦੀ ਭਰਤੀ ਦੇ ਵਿੱਚ ਆਪਣਾ ਹੱਥ ਅੜਾ ਰਹੀ ਹੈ ਨਾ ਉਹ ਜਸਟਿਸ ਨਹੀਂ ਕਰ ਸਕਦੀ ਜੀ ਕੁਰਸੀ ਤੇ ਬਹਿ ਕੇ ਸੋ ਉਹਨਾਂ ਤੋਂ ਕੋਈ ਵੀ ਡਰਾਫਟਿੰਗ ਦੇ ਟਿਪਸ ਜਾਂ ਕੋਈ ਵੀ ਐਸਾ ਰੂਲਸ ਆਫ ਪ੍ਰੈਕਟਿਸ ਸਿੱਖਣਾ ਮਤਲਬ ਇਹ ਤਾਂ ਜਿਹੜਾ ਜੁਡੀਸ਼ਰੀ ਦੇ ਮੂੰਹ ਤੇ ਇੱਕ ਚਪੇੜ ਵੱਜਣ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਪੀਐਨਸ ਦੀ ਭਰਤੀਆਂ ਕਰਵਾ ਰਿਹਾ ਹੈ ਨਾ ਚਾਹੇ ਉਹ ਲੋਅਰ ਜੁਡੀਸ਼ਰੀ ਦੇ ਪੀਐਨਸ ਵੀ ਨਹੀਂ ਛੱਡੇ ਜੱਜਿਸ ਨੇ ਤੁਸੀਂ ਦੇਖੋ ਕਿ ਉਹਨਾਂ ਦੀ ਭਰਤੀ ਤੱਕ ਦੇ ਵਿੱਚ ਇਹਨਾਂ ਦਾ ਹੱਥ ਹੈ ਸੋ ਹੁਣ ਇਹ ਕਰਪਸ਼ਨ ਨਾਲ ਕਰਦੇ ਆ ਜਾਂ ਆਪਣੇ ਘਰੇ ਉਹ ਪੀਐਨਸ ਯੂਜ਼ ਹੁੰਦੇ ਆ ਤੁਸੀਂ ਦੇਖੋ ਹੈ ਨਾ ਵੀ ਉਹ ਕੰਮ ਫ੍ਰੀ 'ਚ ਕੰਮ ਕਰ ਰਹੇ ਆ ਜੱਜਿਸ ਦੇ ਘਰਾਂ 'ਚ ਸੋ ਇਸ ਤਰ੍ਹਾਂ ਦੀ ਜਿਹੜੀ ਇਨਡਾਇਰੈਕਟ ਕਰਪਸ਼ਨ ਹੈ ਜਿਹੜੀ ਹੈ ਉਹ ਬੜੀ ਰੈਂਪੈਂਟ ਹੋ ਗਈ ਹੈ ਸਾਡੀ ਜੁਡੀਸ਼ਰੀ 'ਚ ਤੁਸੀਂ ਇੱਕ ਚੀਜ਼ ਦੇਖੋ ਜਦੋਂ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਦੀ ਕੰਟਰੀਬਿਊਟਰਸ ਟੂ ਦੀ ਪਬਲਿਕ ਐਕਸਚੈਕਰ ਉਹਨਾਂ ਦੀ ਕੀ ਦੁਰਦਸ਼ਾ ਹੁੰਦੀ ਹੋਏਗੀ ਇਨਸਾਈਡ ਆਊਟਸਾਈਡ ਕੋਰਟ ਸਿਸਟਮ ਐਂਡ ਅਦਰ ਸਰਕਲਸ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਸਰ ਹੁਣ ਜਦੋਂ ਗੱਲ ਕੀਤੀ ਨੇ ਬੜੀ ਵਾਰੀ ਨਾ ਜਦੋਂ ਬਾਹਰ ਸੁਸਾਇਟੀ ਹੈ ਨਾ ਐਡਵੋਕੇਟਸ ਨੂੰ ਕਹਿੰਦੀ ਹੈ ਦੇ ਆਰ ਨਾਟ ਅਰਨਿੰਗ ਵੈਲ ਔਰ ਲੈ ਇੰਨੇ ਮਤਲਬ ਕਿ ਅਸੀਂ ਤਾਂ ਇੰਨੇ ਵਧੀਆ ਆਊਟਫਿਟ ਪਾਉਂਦੇ ਇੰਨੇ ਮਹਿੰਗੇ ਤੇ ਕੀ ਤੁਸੀਂ ਐਡਵੋਕੇਟਸ ਉਹੀ ਕਾਲੇ ਸਫੇਦ ਕੱਪੜੇ ਪਾ ਕੇ ਬੈਠੇ ਹੋ ਸਭ ਤੋਂ ਇੰਪੋਰਟੈਂਟ ਗੱਲ ਦੱਸਾਂ ਕਿ ਪਤਾ ਨਹੀਂ ਕਿੰਨੇ ਲੋਕਾਂ ਦੀ ਰੋਜ਼ੀ ਰੋਟੀ ਇਹਨਾਂ ਵਕੀਲਾਂ ਦੀ ਪਾਕਟਸ 'ਚੋਂ ਜਾ ਰਹੀ ਹੈ ਜਿਹੜੀ ਸਬਸਕ੍ਰਿਪਸ਼ਨ ਫੀ ਮੈਂ ਪੇ ਕਰ ਰਹੀ ਹਾਂ ਜਾਂ ਉਹ ਵਕੀਲ ਜਿਹੜੇ ਬਡਿੰਗ ਨੇ ਪੂਰੇ ਸਾਲ ਉਹ ਫੀਸ ਪੇ ਕਰਦੇ ਆ ਜਾਂ ਨਿਊ ਇਨਰੋਲਮੈਂਟਸ ਜਿਹੜੀਆਂ ਹੋ ਰਹੀਆਂ 15,000 25,000 ਪਤਾ ਨਹੀਂ ਕਿੰਨੇ ਇੰਪਲੋਈਜ਼ ਦੀ ਜਿਹੜੀ ਸੈਲਰੀ ਉਹ ਸਾਡੀ ਪਾਕਟ 'ਚੋਂ ਜਾ ਰਹੀ ਹੈ ਸੋ ਸਟੇਟ ਐਕਸਚੈਕਰ ਤਾਂ ਭੁੱਲ ਜਾਓ ਜਿਹੜਾ ਐਡਵੋਕੇਟਸ ਦੀ ਪਾਕਟ ਦੇ ਉੱਤੇ ਬਰਡਨ ਆ ਰਿਹਾ ਉਹਨਾਂ ਪੀਐਨਸ ਨੂੰ ਸੈਲਰੀ ਦੇਣ ਦਾ ਜਿਹੜੇ ਜੱਜਿਸ ਯੂਜ਼ ਕਰ ਰਹੇ ਆ ਜੀ
ਸੋ ਇਨਡਾਇਰੈਕਟਲੀ ਜੱਜਿਸ ਦੇ ਘਰ ਦੇ ਵਿੱਚ ਜੋ ਕੰਮ ਹੋ ਰਿਹਾ ਉਹ ਸਾਡੀ ਪਾਕਟ ਦੇ ਵਿੱਚੋਂ ਪੈਸੇ ਦੇ ਕੇ ਹੋ ਰਿਹਾ ਜੀ। ਸੋ ਇਹ ਮਤਲਬ ਇਹ ਬਰਡਨ ਜਿਹੜਾ ਕ੍ਰੀਏਟ ਕੀਤਾ ਗਿਆ ਹੈ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਦੀ ਪਾਕਟ ਦੇ ਉੱਤੇ ਟੂ ਇੰਪਲੋਈ ਮੋਰ ਐਂਡ ਮੋਰ ਇੰਪਲੋਈਜ਼ ਇਨ ਦੀ ਬਾਰ ਐਸੋਸੀਏਸ਼ਨ ਰਾਈਟ ਨਾਓ। ਘੱਟੋ ਘੱਟ 500 ਇੰਪਲੋਈ ਹੋਣਾ, ਉਹਦੇ 'ਚੋਂ ਮੈਨੂੰ ਲੱਗਦਾ 250 ਦੀ ਲੋੜ ਨਹੀਂ ਹੈ। ਸਟਿਲ ਜਿਹੜੀ ਵੀ ਬਾਰ ਐਸੋਸੀਏਸ਼ਨ ਆਉਂਦੀ ਉਹ ਆਪਣੇ ਪੀਐਨਸ ਆਪਣੇ ਕਲਰਕਸ ਜਿਹੜੇ ਹੈ ਕਲਰਕਸ ਦੀ ਅੱਜ ਵੀ ਤੁਸੀਂ ਦੇਖੋਗੇ ਸਰ ਉੱਥੇ ਫ੍ਰੀ ਬੈਠੇ ਆ, ਤਨਖਾਹ ਲੈ ਰਹੇ ਆ। ਲਿਫਟ ਦੇ ਵਿੱਚ ਬੈਠੇ ਜਿਹੜੇ ਲਿਫਟਮੈਨ ਹੈ ਉਹ ਫ੍ਰੀ ਦੀ ਤਨਖਾਹ ਲੈ ਰਹੇ, ਸਿਰਫ ਇੱਕ ਬਟਨ ਦਬਾਉਣ ਦੀ। You know why? Because all they are doing is adjusting their own people, be it bar association, be it bar council or judges. So again, ਇਹ ਜੋ ਵੀ ਇਫੈਕਟ ਆ ਰਿਹਾ ਜੀ ਇਹ ਸਾਰਾ ਜਿਹੜਾ ਹੈ ਕੰਟਰੀਬਿਊਟਰੀ ਆ ਰਿਹਾ ਜੀ। ਇਹ ਐਕਿਊਮੂਲੇਟਿਵ ਇਫੈਕਟ ਹੈ ਸਾਰਾ ਇਹ ਸਾਰਾ ਇੱਕ ਸਿੰਗਲ ਚੀਜ਼ ਨਹੀਂ ਹੈ, ਇੱਕ ਐਕਿਊਮੂਲੇਟਿਵ ਇਫੈਕਟ ਹੈ ਸਾਰੀ ਚੀਜ਼ਾਂ ਦਾ, ਜਿਹਦਾ ਰਿਜ਼ਲਟ ਹੈ ਕਿ ਡਿਟੀਰੀਓਰੇਸ਼ਨ ਆਫ ਜੁਡੀਸ਼ਰੀ। ਮੈਂ ਕਹਿੰਦੀ ਹਾਂ ਜੀ ਆਹ ਜੱਜਿਸ ਜਿਹੜੇ ਕੁਰਸੀ ਤੇ ਬੈਠੇ ਆ ਇਹ ਤਾਂ ਜੀ ਸ਼ਰਮ ਨੇ, ਮਤਲਬ ਸਾਨੂੰ ਸ਼ਰਮ ਆ ਜਾਏ ਪਰ ਇਹਨਾਂ ਨੂੰ ਨਹੀਂ ਆਉਂਦੀ ਜੀ। ਠੀਕ ਹੈ ਜੀ, ਇਹ ਤਾਂ ਮਤਲਬ ਇਹ ਕਿ ਬਾਰ ਇਜ਼ ਬੈਟਰ ਦੈਨ ਬੈਂਚ, ਮੈਨੂੰ ਕਦੀ ਕਦੀ ਇਹ ਲੱਗਦਾ। ਸੋ ਭੁੱਲ ਕੁਰਸੀ ਤੇ ਬੈਠ ਕੇ ਜੀ ਸਾਰਾ ਕੁਝ ਭੁੱਲ ਜਾਂਦੇ ਆ। ਇਹ ਬਰਡਨ ਸਾਡੇ ਤੇ ਕ੍ਰੀਏਟ ਕੀਤਾ ਹੋਇਆ ਤੇ ਖੁਦ ਫ੍ਰੀ ਦੀ ਤਨਖਾਹਾਂ ਲੈ ਰਹੇ ਆ। ਕੇਸਿਸ ਇਹਨਾਂ ਤੋਂ ਡਿਸਪੋਜ਼ ਆਫ ਨਹੀਂ ਹੁੰਦੇ ਪੂਰੇ ਦਿਨ ਦੇ। ਠੀਕ ਹੈ ਜੀ, ਫਾਈਲਾਂ ਇਹ ਨਹੀਂ ਪੜ੍ਹ ਕੇ ਆਉਂਦੇ ਕਦੀ, FIR ਕੋਈ ਹੋਰ ਲੱਗੀ ਹੋਈ ਹੈ, ਆਰਗੂਮੈਂਟਸ ਵਿੱਚ ਕੁਝ ਹੋਰ ਲੱਗੇ ਹੋਏ, ਬੇਲਾਂ ਗ੍ਰਾਂਟ ਕੀਤੀਆਂ ਹੋਈਆਂ ਜੀ। ਮਤਲਬ ਐਡਾ ਵੱਡਾ ਬਲੰਡਰ ਅਗਰ ਕੋਈ ਜੱਜ ਕਰ ਸਕਦਾ ਕੁਰਸੀ ਤੇ ਬਹਿ ਕੇ ਤਾਂ ਵੀ ਕੈਨ ਨਾਟ ਬਲੇਮ ਐਡਵੋਕੇਟਸ ਫॉर ਨਾਟ ਰੀਡਿੰਗ ਦੀ ਫਾਈਲਸ। ਪ੍ਰਵੀਨ ਜੀ ਵੀ ਸਾਡੇ ਨਾਲ ਨੇ, ਉਹਨਾਂ ਦੇ ਵੀ ਵਿਚਾਰ ਤੁਹਾਡੇ ਨਾਲ ਕਰਦੇ ਹਾਂ ਸਾਂਝੇ। ਬੋਲੋ ਪ੍ਰਵੀਨ ਜੀ ਆਪਣੀ ਗੱਲ। मैडम ने जो बताया वो बहुत अच्छा है। अभी मैडम ने जो भी बताया है वो बहुत अच्छा है। जो कानून प्रणाली है वो बहुत घिस चुकी है। अब क्या बताएं, ਕਾਨੂੰਨ ਦੀ ਪ੍ਰਣਾਲੀ ਬਣ ਗਈ ਪਰਾਲੀ। लोगों को न्याय टाइम से बिल्कुल मिल नहीं रहा, क्या बताएं। ਔਰ ਅਨਫਾਰਚੂਨੇਟ ਫੇਜ਼ 1982 ਦੇ ਜਿਹੜੇ ਕੇਸ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਅਜੇ ਵੀ ਫੈਸਲੇ ਵਾਸਤੇ ਪਏ ਨੇ। ਪਤਾ ਨਹੀਂ ਉੱਥੋਂ ਦੇ ਵਕੀਲ ਕਿੱਥੇ ਗਏ ਜਾਂ ਪਾਰਟੀਆਂ ਕਿੱਥੇ ਗਈਆਂ ਜਾਂ ਕਿੱਧਰ ਗਈਆਂ। ਇਹਨਾਂ ਦੇ ਬਾਰੇ ਜਿਹੜੀ ਗੱਲ ਹੈ ਥੋੜ੍ਹਾ ਜਿਹਾ ਕਨੂ ਜੀ ਦਾ ਤਜਰਬਾ ਸਾਂਝਾ ਕਰ ਲਈਏ ਵੀ ਇਹਦੇ ਬਾਰੇ ਕੀ ਕਹਿੰਦੇ ਨੇ ਉਹ। ਜੀ ਸਰ ਦੇਖੋ, ਸਰ ਨੇ ਬਿਲਕੁਲ ਸਹੀ ਕਿਹਾ, ਸਾਡੇ ਜਸਟਿਸ ਡਿਲੀਵਰੀ ਸਿਸਟਮ ਤਾਂ ਬਿਲਕੁਲ ਜ਼ੀਰੋ ਹੋ ਗਿਆ ਹੈ। The day I came to this high court or to profession, I thought these were doors of justice or pillars of justice, but ਇੱਦਾਂ ਦਾ ਕੁਝ ਵੀ ਨਹੀਂ ਹੈ। ਠੀਕ ਹੈ ਜੀ, ਹੌਲੀ ਹੌਲੀ ਪ੍ਰੋਫੈਸ਼ਨ ਦੇ ਵਿੱਚ ਜਿਵੇਂ ਹੁਣੇ ਬਡਿੰਗ ਸ਼ੀ ਇਜ਼ ਕਮਿੰਗ, ਨਸੀਮ ਅਖਤਰ ਸ਼ੀ ਇਜ਼ ਪਾਰਟ ਆਫ ਮਾਈ ਆਫਿਸ। ਸ਼ੀ ਵਿਲ ਕਮ ਟੂ ਨੋ ਕਿ ਕਿੱਦਾਂ ਜਿਹੜਾ ਹੈ ਲੂਪ ਹੋਲ ਹੈ ਲਾਅ ਦੇ ਵਿੱਚ, ਤੇ ਕਿੱਦਾਂ ਅਸੀਂ ਬਾਹਰੋਂ ਸੋਚਦੇ ਹਾਂ ਕਿ ਵੀ ਜੱਜਿਸ ਹੋਣਗੇ ਤੇ ਨਿਆਂ ਕਰਨਗੇ, ਬਟ ਰੀਅਲ ਦੇ ਵਿੱਚ ਪਿਕਚਰ ਕੁਝ ਹੋਰ ਹੀ ਹੈ। ਸੋ ਇਸ ਤਰ੍ਹਾਂ ਦੀ ਚੀਜ਼ਾਂ ਡੈਫੀਨੇਟਲੀ ਇਸ ਵੀਡੀਓ ਦੇ ਥਰੂ ਅਸੀਂ ਹਾਈਲਾਈਟ ਕਰਨਾ ਚਾਹਾਂਗੇ। ਤੇ ਵਿਮਨ ਰਿਜ਼ਰਵੇਸ਼ਨ ਬਿੱਲ ਜਿੱਦਾਂ ਆ ਰਿਹਾ ਹੈ ਇਹ ਸਿਰਫ ਇੱਕ ਫਸਾਡ ਹੈ। ਅਗੇਨ ਲੇਡੀ ਲਾਇਰਸ ਦੀ ਜਦੋਂ ਸਾਡੇ ਜੱਜਿਸ ਦੀ ਰਿਸਪੈਕਟ ਨਹੀਂ ਕਰ ਸਕਦੇ, ਸਾਨੂੰ ਆਲ ਇੰਡੀਆ ਫੈਡਰੇਸ਼ਨ ਆਫ ਵੂਮਨ ਲਾਇਰਸ ਬਣਾਉਣੀ ਪੈ ਗਈ, ਪੰਜਾਬ ਹਰਿਆਣਾ ਯੂਨਿਟ। ਸਾਨੂੰ ਲੇਡੀ ਲਾਇਰਸ ਨੂੰ ਇੱਕ ਅਲੱਗ ਹੀ ਫੈਡਰੇਸ਼ਨ ਕ੍ਰੀਏਟ ਕਰਨੀ ਪੈਗੀ। ਦੈਟ ਮੀਨਸ ਦੇਰ ਇਜ਼ ਸਮ ਕਾਈਂਡ ਆਫ ਡਿਸਰਿਸਪੈਕਟ, ਦੇਰ ਇਜ਼ ਸਮ ਕਾਈਂਡ ਆਫ ਡਾਊਟ ਕ੍ਰੀਏਟਡ ਰਿਗਾਰਡਿੰਗ ਲੇਡੀ ਲਾਇਰਸ ਅਬਾਊਟ ਦੇਅਰ ਪ੍ਰੋਫੈਸ਼ਨ। ਸੋ ਐਲੀਵੇਸ਼ਨ ਦੀ ਜਦੋਂ ਗੱਲ ਆਉਂਦੀ ਹੈ, ਬੜੇ ਸਾਰੇ ਮੇਰੇ ਰਿਸਪੈਕਟਡ ਲੇਡੀ ਮੈਂਬਰਸ ਨੇ ਜਿਨ੍ਹਾਂ ਦਾ ਨਾਮ ਕੱਢ ਦਿੱਤਾ ਜਾਂਦਾ ਹੈ ਜੀ। ਜਦੋਂ AG ਦੇ ਵਿੱਚ ਲਿਸਟ ਦੇ ਵਿੱਚ ਨਾਮ ਆਉਂਦਾ ਹੈ ਤਾਂ ਰਾਤੋਂ ਰਾਤ ਜਿਹੜਾ ਹੈ ਲੇਡੀਜ਼ ਦਾ ਨਾਮ ਕੱਢ ਦਿੱਤਾ ਜਾਂਦਾ ਹੈ ਜੀ। ਸੋ ਇਹ ਸਾਨੂੰ ਸਮਝਣਾ ਚਾਹੀਦਾ। ਬੜੇ ਸਾਰੇ ਐਸੇ ਸੀਨੀਅਰ ਐਡਵੋਕੇਟਸ ਨੇ ਜਿਹੜੇ ਮੈਨੂੰ ਪਤਾ ਹੈ ਕਿ ਦੇ ਡੂ ਨਾਟ ਰਿਸਪੈਕਟ ਲੇਡੀਜ਼, they do not count them as capable and efficient lawyers. ਸੋ ਇਸ ਤਰ੍ਹਾਂ ਦੀ ਫੈਡਰੇਸ਼ਨ ਅਗਰ ਇੱਕ ਪੈਰਲਲ ਇੰਸਟੀਟਿਊਟ ਸਾਡੇ ਬਾਰ ਐਸੋਸੀਏਸ਼ਨ ਦੇ ਵਿੱਚ ਬਣ ਰਿਹਾ ਹੈ ਲੇਡੀ ਲਾਇਰਸ ਦਾ, ਆਲ ਇੰਡੀਆ ਫੈਡਰੇਸ਼ਨ ਆਫ ਵੂਮਨ ਲਾਇਰਸ, ਦੈਟ ਮੀਨਸ ਇਟ ਇਜ਼ ਰਿਕੁਆਇਰਡ। ਇੱਕ ਚੀਜ਼ ਛੋਟੀ ਜਿਹੀ, ਜਦੋਂ ਸਿਲੈਕਸ਼ਨ ਕ੍ਰਾਈਟੇਰੀਆ ਹੁੰਦਾ ਹੈ, ਭਾਵੇਂ ਜਿਹੜੇ ਸੈਸ਼ਨ ਜੱਜਿਸ ਪ੍ਰਮੋਟ ਹੋ ਕੇ ਹਾਈ ਕੋਰਟ ਵਿੱਚ ਆਉਂਦੇ ਆ ਤੇ ਭਾਵੇਂ ਜਿਹੜੇ ਇੱਥੋਂ ਐਡਵੋਕੇਟ ਜਿਹੜੇ ਨੇ ਐਲੀਵੇਟ ਹੁੰਦੇ ਨੇ, ਦੋ ਹੀ ਚੈਨਲ ਨੇ ਹਾਈ ਕੋਰਟ ਦੇ ਵਿੱਚ ਜਾਣ ਲਈ, ਉਹਨਾਂ ਦੀ ਕੁਆਲੀਟੇਟਿਵ ਆਰਗੂਮੈਂਟ ਜਾਂ ਕੁਆਲੀਟੇਟਿਵ ਜਜਮੈਂਟਸ ਨੂੰ ਦੇਖਣਾ ਚਾਹੀਦਾ ਜਾਂ ਨਹੀਂ ਇਹਦੇ ਉੱਤੇ? ਐਬਸੋਲੂਟਲੀ ਸਰ, ਜਦੋਂ ਪ੍ਰਮੋਸ਼ਨ ਹੁੰਦੀ ਹੈ ਜੱਜਿਸ ਦੀ ਜਾਂ ਉਹਨਾਂ ਨੂੰ ਐਲੀਵੇਟ ਕੀਤਾ ਜਾਂਦਾ ਹਾਈ ਕੋਰਟ ਟੂ ਸੁਪਰੀਮ ਕੋਰਟ ਜਾਂ ਫਰੋਮ ਸੀਨੀਅਰ ਡੈਜ਼ਿਗਨੇਟਿਡ ਲਾਇਰ ਟੂ ਜੱਜ ਆਫ ਹਾਈ ਕੋਰਟ, ਇਸ ਤਰ੍ਹਾਂ ਦੀ ਜਦੋਂ ਵੀ ਐਲੀਵੇਸ਼ਨ ਹੁੰਦੀ ਹੈ, ਸੈਸ਼ਨ ਜੱਜ ਟੂ ਹਾਈ ਕੋਰਟ ਔਰ ਜਿਸ ਕੋਈ ਵੀ ਐਲੀਵੇਸ਼ਨ ਹੈ ਜਾਂ ਪ੍ਰਮੋਸ਼ਨ ਹੈ,
ਉਹਦੇ ਵਿੱਚ ਓਬਵੀਅਸਲੀ ਫਰਮ ਜੂਨੀਅਰ ਪਾਰਟਨਰ ਟੂ ਸੀਨੀਅਰ ਪਾਰਟਨਰ ਇਫ ਵੀ ਆਰ ਟਾਕਿੰਗ ਅਬਾਊਟ ਲਾਅ ਫਰਮਸ ਔਰ ਲਾਅ ਆਫਿਸਿਸ, ਤਾਂ ਉਹਨਾਂ ਦੀ ਡੈਫੀਨੇਟਲੀ ਡਰਾਫਟਿੰਗ, ਉਹਨਾਂ ਦੀ ਕੁਆਲਿਟੀ ਆਫ ਜਜਮੈਂਟਸ, ਠੀਕ ਹੈ ਜੀ, ਤੇ ਹਾਊ ਦੇ ਆਰਗਿਊ ਔਰ ਹਾਊ ਦੇ ਰਿਸਪੌਂਡ ਟੂ lawyers or how they try to bridge the gap between bar and bench, ਇਹ ਸਭ ਬਿਹੇਵੀਅਰ, ਇਹ ਸਭ ਉਹਨਾਂ ਦੀ ਕੁਆਲਿਟੀ ਜਿਹੜੀ ਐਜ਼ ਅ ਜੱਜ ਉਹ ਚੈੱਕ ਹੋਣੀ ਚਾਹੀਦੀ ਹੈ ਜੀ। ਮੈਂ ਇਹਦੇ ਤੇ ਆਈ ਐਮ ਅ ਡਾਟਰ ਆਫ ਜੱਜ ਮਾਈ ਸੈਲਫ, so don't take it wrong. I come from a family where my father presently retired as a judge, तो ਮੈਨੂੰ ਲੱਗਦਾ ਕਿ ਪਰਫਾਰਮੈਂਸ ਆਫ ਜੱਜ ਦੇ ਉੱਤੇ ਮੈਨੂੰ ਇਹ ਕੁਐਸਚਨ ਨਹੀਂ ਕਰਨਾ ਚਾਹੀਦਾ, ਲੇਕਿਨ ਫਿਰ ਵੀ ਮੈਂ ਕੁਐਸਚਨ ਕਰ ਰਹੀ ਕਿਉਂਕਿ ਮੈਨੂੰ ਸੱਚੀ 'ਚ ਲੱਗਦਾ ਕਿ ਜਿਹੜਾ ਬੰਦਾ ਉਸ ਕੁਰਸੀ ਤੇ ਬੈਠਾ ਨਾ ਉਹਦੀ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਹੈ ਜੀ। ਉਹ ਇਹ ਡੋਂਟ ਥਿੰਕ ਦੈਟ ਇਫ ਯੂ ਆਰ ਪਾਰਟ ਆਫ ਵਨ ਆਫ ਦੀ ਪੋਲੀਟੀਕਲ ਪਾਰਟੀਜ਼ ਨੇਮਲੀ BJP ਤਾਂ ਯੂ ਵਿਲ ਬੀ ਐਲੀਵੇਟਡ ਐਜ਼ ਜੱਜ। ਕੁਝ ਲੱਖੋਂ ਲੋਕ ਹੋਣਗੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਰੇਸ 'ਚ ਬੈਠੇ ਆ ਟੂ ਬਿਕਮ ਜੱਜ ਆਫ ਹਾਈ ਕੋਰਟ, ਐਂਡ ਦੈਟ ਇਜ਼ ਹਾਊ ਦੇ ਆਰ ਜੁਆਇਨਿੰਗ BJP ਜਸਟ ਟੂ ਬਿਕਮ ਜੱਜ ਆਫ ਦਿਸ ਹਾਈ ਕੋਰਟ। ਲੇਕਿਨ ਇੱਦਾਂ ਨਹੀਂ ਜੱਜ ਬਣਦੇ ਔਰ ਇੱਦਾਂ ਨਹੀਂ ਐਲੀਵੇਸ਼ਨਾਂ ਹੁੰਦੀਆਂ ਕਿ ਜੇ ਤੁਸੀਂ ਸੋਚੋ ਕਿ ਤੁਸੀਂ ਪਾਰਟ ਆਫ BJP ਬਣ ਜਾਓਗੇ ਜਾਂ ਮੱਖਣਬਾਜ਼ੀ ਕਰ ਲਓਗੇ ਜਾਂ ਯੂ ਹੈਵ ਬੀਨ ਵਨਸ ਪ੍ਰੈਜ਼ੀਡੈਂਟ ਆਫ ਬਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਯੂ ਵਿਲ ਗੈਟ ਐਲੀਵੇਟਡ ਟੂ ਐਜ਼ ਅ ਜੱਜ ਆਫ ਹਾਈ ਕੋਰਟ। ਇੱਦਾਂ ਨਹੀਂ ਹੁੰਦਾ ਜੀ। ਤੁਹਾਡੀ ਕੁਆਲਿਟੀ ਚੈੱਕ ਹੋਣੀ ਚਾਹੀਦੀ, ਤੁਹਾਡੀ ਕੁਆਲਿਟੀ ਚੈੱਕ ਹੁੰਦੀ ਹੈ। ਬਹੁਤ ਸਾਰੇ ਸੀਨੀਅਰ ਡੈਜ਼ਿਗਨੇਟਡ ਜਿਹੜੇ ਲਾਇਰਸ ਜਿਹੜੇ ਅੱਜ ਦੇ ਟਾਈਮ ਤੇ ਜੱਜ ਬੈਠੇ, ਉਹਨਾਂ ਦੀ ਪਰਫਾਰਮੈਂਸ, I would not name the judges, ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ, ਜਸਟਿਸ ਵਿਕਾਸ ਬੈਲ ਹੋ ਗਏ, ਜਸਟਿਸ ਸ਼ਿਖਾਵਤ ਹੋ ਗਏ, ਮੈਂ ਕਹਿੰਦੀ ਹਾਂ ਵੰਡਰਫੁਲ ਜੱਜਸ, ਇੰਨਾ ਅੱਛਾ ਕੰਮ ਕਰ ਰਹੇ ਅੱਜ ਦੀ ਡੇਟ 'ਚੋਂ ਬੈਠ ਕੇ ਇੱਥੇ, ਤੇ ਮੈਨੂੰ ਲੱਗਦਾ ਕਿ ਸੱਚੀ 'ਚ ਉਹਨਾਂ ਦਾ ਕੁਆਲਿਟੀ ਵਰਕ ਜਿਹੜਾ ਉਹ ਨਜ਼ਰ ਆਉਂਦਾ ਹੈ ਜੀ। ਤੁਸੀਂ ਇਹ ਚੀਜ਼ ਦੱਸੀ ਹੈ, ਅਨਨੋਨ ਫੈਕਟਸ ਨਾਓ ਮੇਡ ਨੋਨ ਟੂ ਪਬਲਿਕ ਐਟ ਲਾਰਜ। ਤੁਹਾਡੇ ਧੰਨਵਾਦੀ ਹਾਂ। ਥੈਂਕ ਯੂ ਸੋ ਮਚ ਫॉर joining me, for joining us, for joining this cavalcade for the betterment of the country. Absolutely. Thank you so much. Everything is in the interest of public, जनहित में जारी। ਜਨਹਿਤ ਮੇਂ ਜਾਰੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ, ਔਰ ਥੋੜੀ ਜੀ ਮਿਹਨਤ ਕਰਕੇ ਆਪਣਾ ਯੋਗਦਾਨ ਫੀਡਬੈਕ ਦੇ ਬਾਕਸ ਵਿੱਚ ਵੀ ਪਾ ਦੇਣਾ। ਗੱਲਾਂ ਇੰਨੀਆਂ ਕੁ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ।